ਧਰਮ ਦੀ ਸਾਧਨਾ ਮਨ ਦੀ ਸਾਧਨਾ। ਮਨ ਸਾਧਨਾ ਦੇ ਮਾਰਗ ਤੇ ਚੱਲ ਪਏ ਤੇ ਧਰਮ ਦੇ ਮਾਰਗ ਤੇ ਚੱਲ ਰਿਹਾ। ਕਹਿੰਦੇ ਨੇ ਇਸ ਮਾਰਗ ਦੇ ਉੱਪਰ ਚੱਲਣ ਦੀ ਜਿਸ ਦੇ ਅੰਦਰ ਲਾਲਸਾ ਪੈਦਾ ਹੋ ਜਾਏ ਉਹਨੂੰ ਕਹਿੰਦੇ ਨੇ ਜਗਿਆਸੂ। ਔਰ ਜੋ ਚੱਲ ਪਿਆ ਉਹਨੂੰ ਕਹਿੰਦੇ ਨੇ ਸਾਧੂ। ਸਾਧਨਾ ਕਰ ਰਿਹਾ ਸਾਧੂ। ਔਰ ਜੋ ਪਹੁੰਚ ਗਿਆ ਉਹਨੂੰ ਕਹਿੰਦੇ ਨੇ ਸੰਤ। ਇੱਥੇ ਪਹੁੰਚ ਗਿਆ। ਜਿਸ ਦੇ ਅੰਦਰ ਚੱਲਣ ਦੀ ਲਾਲਸਾ ਹੀ ਨਹੀਂ ਉਸੇ ਨੂੰ ਕਹਿੰਦੇ ਨੇ ਸੰਸਾਰੀ। ਉਹ ਸੰਸਾਰੀ ਹੈ। ਸੰਸਾਰ ਵਿੱਚ ਦੋ ਰੰਗ ਨੇ, ਦੋ ਰੰਗਾਂ ਦੇ ਚੋਂ ਰਹਿੰਦਾ, ਕਦੀ ਸੁਖੀ ਕਦੀ ਦੁਖੀ। ਸੁਖ ਦੁਖ ਕਰਤ ਜਨਮ ਫੁਨ ਮੋਆ। ਜੰਮਿਆ ਮਰਿਆ ਵਿੱਚ ਸੁਖ ਭੋਗਦਾ ਰਿਹਾ, ਦੁੱਖ ਭੋਗਦਾ ਰਿਹਾ, ਸੁਖ ਭੋਗਦਾ ਰਿਹਾ, ਦੁੱਖ ਭੋਗਦਾ ਰਿਹਾ, ਮਰ ਗਿਆ। ਸੰਸਾਰੀ। ਲਾਲਸਾ ਵੀ ਨਾ ਪੈਦਾ ਹੋਈ ਕਿ ਚੱਲਣਾ। ਦੂਸਰਾ ਮੈਂ ਅਰਜ਼ ਕਰਾਂ, ਇੱਕ ਰਸਤਾ ਜੋ ਜ਼ਮੀਨ ਦੇ ਉੱਤੇ ਉਹਦੇ ਉੱਤੇ ਸਾਡੇ ਕਦਮ ਚੱਲਦੇ ਨੇ ਜਾਂ ਵਾਹਨਾਂ ਦੇ ਰਾਹੀਂ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ ਦੇ ਰਾਹੀਂ ਅਸੀਂ ਜ਼ਮੀਨ ਦਾ ਰਸਤਾ ਤੈਅ ਕਰਦੇ ਹਾਂ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਪਹੁੰਚਣਾ ਹੋਵੇ ਜਾਂ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਵਿੱਚ ਚੱਲਦਿਆਂ ਅੰਦਾਜ਼ਾ ਵੀ ਲੱਗ ਜਾਂਦਾ ਹੈ ਕਿਤਨੀ ਵਾਟ ਤੈਅ ਕੀਤੀ ਹੈ ਤੇ ਕਿਤਨੀ ਰਹਿੰਦੀ ਹੈ। ਇਹ ਪਤਾ ਵੀ ਚੱਲ ਜਾਂਦਾ ਹੈ। ਰਸਤੇ ਦੇ ਸਾਈਨ ਦੱਸ ਦਿੰਦੇ ਨੇ, ਮੀਲ ਦੇ ਪੱਥਰ ਦੱਸ ਦਿੰਦੇ ਨੇ, ਗੱਡੀਆਂ ਦੇ ਮੀਟਰ ਦੱਸ ਦਿੰਦੇ ਨੇ, ਅੰਦਾਜ਼ਾ ਲੱਗ ਜਾਂਦਾ ਹੈ ਕਿਤਨੇ ਕੁ ਚਲੇ ਆ, ਰਸਤਾ ਕਿੰਨਾ ਕੁ ਰਹਿੰਦਾ ਹੈ। ਜਿਸ ਤੇ ਸਾਡਾ ਸਰੀਰ ਚੱਲਦਾ ਹੈ, ਸਰੀਰ ਨੂੰ ਤੇ ਚਲਾਣਾ ਪੈਂਦਾ ਹੈ, ਰਸਤਾ ਬਣਾਉਣ ਦੀ ਲੋੜ ਨਹੀਂ। ਰਸਤੇ ਬਣਾਉਣ ਦੀਆਂ ਜ਼ਿੰਮੇਵਾਰੀਆਂ ਹੋਰ ਆਉਂਦੀਆਂ। ਜਿਸੇ ਤੁਸੀਂ ਆਪਣੇ ਘਰਾਂ ਤੋਂ ਇਸ ਸਥਾਨ ਤੱਕ ਆਏ, ਰਸਤਾ ਤੁਹਾਨੂੰ ਨਹੀਂ ਬਣਾਉਣਾ ਪਿਆ, ਰਸਤੇ ਤੇ ਬਣੇ ਪਏ। ਜਿੱਥੇ ਇੱਥੋਂ ਕਿਸੇ ਨੇ ਦਿੱਲੀ ਜਾਣਾ ਹੈ ਤੁਹਾਨੂੰ ਰਸਤਾ ਬਣਾਉਣ ਦੀ ਲੋੜ ਨਹੀਂ, ਰਸਤੇ ਤੇ ਚੱਲਣ ਦੀ ਲੋੜ ਹੈ, ਰਸਤਾ ਬਣਾਉਣ ਦੀ ਲੋੜ ਨਹੀਂ। ਪਰ ਜਿਸਨੇ ਪ੍ਰਭੂ ਤੱਕ ਪਹੁੰਚਣਾ ਹੈ ਉਹ ਮਾਰਗ, ਉਸ ਤੇ ਸਰੀਰ ਨਹੀਂ ਚੱਲਦਾ, ਮਨੁੱਖ ਦੀ ਸੁਰਤ ਚੱਲਦੀ ਹੈ, ਧਿਆਨ ਚੱਲਦਾ ਹੈ। ਉਹ ਮਾਰਗ ਵੀ ਬਣਾਉਣਾ ਪੈਂਦਾ ਹੈ ਤੇ ਚੱਲਣਾ ਵੀ ਪੈਂਦਾ ਹੈ। ਰਸਤਾ ਵੀ ਬਣਾਉਣਾ ਪੈਂਦਾ ਹੈ ਤੇ ਚੱਲਣਾ ਵੀ ਪੈਂਦਾ ਹੈ। ਦੋ ਕੰਮ ਨੇ, ਪਰ ਦੋ ਕੰਮ ਇੱਕ ਕਿਰਿਆ ਨਾਲ ਹੀ ਪੂਰੇ ਹੁੰਦੇ ਨੇ। ਇੱਕੋ ਹੀ ਕੰਮ ਨਾਲ ਇਹ ਦੋ ਕੰਮ ਹੁੰਦੇ ਨੇ। ਰਸਤਾ ਵੀ ਬਣਦਾ ਹੈ, ਚੱਲਦੇ ਵੀ ਹਾਂ। ਇਸ ਦੇ ਉੱਤੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੇ ਉਦਾਹਰਣ ਦਿੱਤਾ ਹੈ ਉਹ ਇਹ ਭਗਤ ਸਿਰਮੌਰ ਸ਼੍ਰੀ ਨਾਮਦੇਵ ਜੀ। ਜਿਉ ਜਲ ਮਾਂਝੇ ਮਾਛਲੋ ਮਾਰਗ ਪੇਖਣੋ ਨਾ ਜਾਈ। ਜਿਵੇਂ ਪਾਣੀ ਦੇ ਚ ਮੱਛੀ ਚੱਲਦੀ ਹੈ, ਉਹ ਚੱਲਦੀ ਵੀ ਹੈ ਤੇ ਉਹਦੇ ਚੱਲਣ ਨਾਲ ਰਸਤਾ ਵੀ ਬਣਦਾ ਹੈ। ਉਂਝ ਕੋਈ ਰਸਤਾ ਨਹੀਂ, ਉਂਝ ਕੋਈ ਰਸਤਾ ਨਹੀਂ। ਉਹਦੇ ਚੱਲਦਿਆਂ ਰਸਤਾ ਵੀ ਬਣਦਾ ਹੈ, ਉਹਦੇ ਚੱਲਦਿਆਂ ਉਹ ਚੱਲਦੀ ਵੀ ਹੈ। ਦੋ ਕੰਮ, ਇੱਕ ਕੰਮ ਨਾਲ ਦੋ ਕੰਮ ਹੁੰਦੇ ਨੇ। ਇਹਨੂੰ ਖੋਲ ਕੇ ਬਿਆਨ ਕੀਤਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ। ਗੁਰਮੁਖ ਖੋਜ ਅਗੰਮ ਹੈ, ਜਿਉ ਜਲ ਅੰਦਰ ਮੀਨ ਫਿਰੰਦਾ। ਗੁਰਮੁਖ ਖੋਜ ਅਲਖ ਹੈ, ਜਿਉ ਆਕਾਸ਼ੇ ਪੰਖ ਉਡੰਦਾ। ਗੁਰਮੁਖ ਇਸ ਤਰ੍ਹਾਂ ਚੱਲਦਾ ਹੈ ਜਿਵੇਂ ਜਲ ਦੇ ਵਿੱਚ ਮੱਛਲੀ ਚੱਲਦੀ ਹੈ। ਗੁਰਮੁਖ ਆਪਣਾ ਰਸਤਾ ਇੰਝ ਬਣਾਉਂਦਾ ਹੈ ਜਿਵੇਂ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਹੈ।
चलदी है तो रस्ता बनता है, उंज कोई रस्ता नहीं, कोई बना बनाया रस्ता परमात्मा तक नहीं है। चलना रस्ते दा बनना है, चलना चलना भी है, चलना रस्ते दा बनना भी है। ज्यों गुरमुख खोज अगम है, ज्यों जल अंदर मेन फिरंदा सुरत दा मार्ग है, ध्यान दा मार्ग है। जिसदा ध्यान परमात्मा तक पहुंच गया, पहचान की होवेगी, उहदी सोचनी दे च हर वक्त परमात्मा होवेगा, उहदी यादां दे च हर वक्त परमात्मा होवेगा, उहदे विचारां दे च हर वक्त निरंकार होवेगा। उहदा आधार निरंकार है, उहदे विचारां दे च निरंकार है, उहदी जिंदगी दा सहारा निरंकार। ये पहुंचे होया पुरुष ये परमात्मा दे च जी रहा है। हुण चलण दी गल नहीं, जीवन दी गल है। हुण परमात्मा दे च ये जी रहा है। जैसे कोई रस्ते च है तो चलदा पिया, हुण घर तक है तो घर दे च ते रहिंदा पिया। अगर घर दे च भी कोई चलदा पिया तो पागल ही होवेगा, घर दे च ते रहना आउंदा है, घर दे च ते रहना आउंदा है। रस्ते दे च चलना आउंदा है, रस्ता चलण वास्ते है, घर रहन वास्ते है। संसार ते बस चलण वास्ते ते संसार चलदा ही पिया, निरंकार ते टिकण वास्ते निरंकार टिकाणा है, मुकाम है, घर है, सारियां दा घर है। आपदी ज्ञात लई अर्ज करा, बहुत लंबी चौड़ी विचारधारा है गुरु ग्रंथ साहिब दे। सूरज चंद तारियां दा भी टिकाणा परमात्मा किसी दिन पहुंचणगे। पत्थर वनस्पति पशु पक्षी ते मनुख सारियां दा घर परमात्मा है। ते परमात्मा तो थोड़े जिहे जिहड़े नेड़े ने वो ने मनुख, फिर थोड़े जिहे जिहड़े दूर ने मनुख तो भी जरा परे ने वो ने पशु, पशुओं तो भी परे दी दुनिया है, वनस्पति है। ते वनस्पति तो भी परे दा जगत है, पत्थर ने। बड़ा लंबा चौड़ा गुरु ग्रंथ साहिब दे खुलासा है, किधरे पत्थरां नूं एवें ना समझ लेना। पत्थर हजारां साल लंबी यात्रा तो बाद मिट्टी बन के वनस्पति बनता है। आखिर जो धमाका होया, जो शब्द होया सी ब्रह्मंड दे, जिस तो ये जगत बनया, ते जगत बनया किवें? बकौले गुरबाणी अरबां खरबां सूरज पैदा हो गए अंधेरे च। फिर एक एक सूरज दे कई कई टुकड़े। ये धरती सूरज दा ही टुकड़ा है। बड़ी लंबी मुद्दत तो बाद ये ठंडी होके पत्थर दी शक्ल विच प्रगट होई। ये पूरी ठंडी अजे भी नहीं है, अजे भी इसके थल्ले लावे निकलते, अजे भी बेशतर थावां ते लावे इंज पे चलते जिवें पानी दे दरिया। पूरी ठंडी नहीं हुई है, सूरज का हिस्सा सी। ये ठंडी होके जिस शक्ल विच प्रगट होई पत्थर, पत्थर हजारां साल दी लंबी यात्रा तो बाद मिट्टी बन के थोड़ा जिहा जाग के जो प्रगट होया है वनस्पति। फिर वनस्पति होर हजारां साल दी लंबी यात्रा तो बाद जरा होर जागी तो पशु पक्षी। पशु पक्षी हजारां साल दी लंबी यात्रा तो बाद जिस शक्ल दे नमोदार होए उसे नु मानव कहंदे ने, मनुष्य कहंदे ने। कई जन्म भय कीट पतंगा, कई जन्म गजमेन कुरंगा, कई जन्म पंखी सर्प होयो, कई जन्म हैवर वृख जोयो, कई जन्म सैल गिर करया, कई जन्मां तक बड़ी मुद्दत तक तू सैल सिला पत्थर सी। खैर यात्रा बड़ी लंबी है, सारे रस्ते दे च ने ते सारियां दा घर परमात्मा है।
ਜ਼ਮੀਨ ਦੇ ਉੱਤੇ ਹਰ ਇੱਕ ਦੀ ਸਰਾਂ ਵੱਖ-ਵੱਖ ਹੋ ਸਕਦੀ ਹੈ, ਮੁਸਾਫਰ ਖਾਨੇ ਵੱਖ-ਵੱਖ ਹੋ ਸਕਦੇ ਨੇ, घर किसी का भी नहीं है। ये भी मैं अर्ज करते हैं जिन्हों असी घर कहते हैं, बाबा फरीद कहते जिस आसन हम बैठे किथे बैस गया। जिथे मैं अज बैठा इत्थे पहले कोई होर बैठा सी, उस तो पहले कोई होर बैठा सी। साइंटिस्ट ऐसा कहते ने जिस जगह भी असी बैठे हाँ घट तो घट 10-15 बंदियां दी खाक या राख होनी चाहिए, इतनी तो होनी चाहिए। किधरे भी चले जाइए, किधरे भी साडे कदम टिके ने, उन्हां 2 कदमां दे थले घट तो घट 10-15 बंदियां दी खाक या राख पई है। अरबां खरबां मनुख मिट चुके ने, खाक दे खाक हो गए ने। जिस आसन हम बैठे केते बैस गया। बाबा फरीद कहते मैं जिथे बैठा पता नहीं कितने बैठ गए ने, कितने बैठ गए। वो बैठ गए ने, अज मैं उन्हां दी थां ते बैठिया, कल मेरी थां ते कोई बैठेगा। जिस आसन हम वैसे कैसे बैस गया। संसार दे घर किसी का भी नहीं है, सब मुसाफिर खाने च ने, सरां दे च ने, ते सारियां दा घर परमात्मा मुकाम ओही एक है, नानका सच भगवान।